गुरु आहे गुरु साहिब जी। शरण जोग सुन शरणी आए, कर कृपा प्रभ आप मिलाए। मिट गए बैर पए सबरे नाम, अमृत नाम साध संग लैन। सो प्रसन्न भय गुरुदेव, पूर्ण होई सेवक की सेवा। आल जंजाल बेकार दे रहते, राम नाम सुन रसना कहते। कर प्रसाद दया प्रभ धारी, नानक निवही खेप हमारी। बहुत जन्म विचोरे थे माधो, ये जन्म तुम्हारे लिखे। कह रविदास आस लग जीवो, चिर भयो दर्शन देखे। ज़हरा ज़हूर हाजरा हजूर। सर्व कला भरपूर समर्थ गुरु, लोक परलोक दे रखियक भगत वशल। ज्ञान दा सागर दसां पातशाहियां दी भगतां प्यारियां दी जोत। प्रतख समर्थ सतगुरु श्री गुरु ग्रंथ साहिब महाराज जी दी पावन पवित्र गोद हजूरी दे विच अपने सवासां नूं अपने जीवन नूं सफल कर रहे गुरु प्यारिओ, धनता दे योग आप सब वडभागे हो, जिन्हां ते गुरु ने मेहर करके अपनी गोद दा निघा प्यारा आनंद बख्शण दा शुभ प्यारा समा बख्शिश कीता है। सो सुनते पुनीत कहते पवित, सतगुर रहया भरपूरे। बिनवंत नानक गुर चरण लागे, वाजे अनहद तुरे। सुनन दा अवसर मिलिया, मनन दा अवसर मिलिया, बैठन दा अवसर मिलिया। सो इस अवसर नूं, इस समय नूं बिल्कुल संभाल लिया जाए। खेती नूं संभाल लेना चाहिए, जीवन नूं संभाल लेना चाहिए, पूंजी नूं संभाल लेना चाहिए, सेहत नूं संभाल लेना चाहिए, सोच नूं संभाल लेना चाहिए, अपने आप नूं संभाल लेना चाहिए, और तां ही जीवन खुशहाल हुंदा। बहुत ही प्यारा शब्द आप जी ने सरवण किया, लड़ीवार शब्द श्री गुरु ग्रंथ साहब जी के अंग 295 के उपर इस शब्द अंकित है। आरंभता हुई है शरण जोग सुन शरणी आए, कर कृपा प्रभ आप मिलाए। किसे नूं किसे दा मिलन नूं उदों तक चित दिल नहीं करता जदों तक वो प्रभावित ना होए। ध्यान देना, किसी इंसान द्वारा दूसरे इंसान नूं उदों तक मिलन नूं दिल नहीं करता जदों तक प्रभावित ना होए।
ਜਦੋਂ ਇਨਸਾਨ ਦੂਸਰੇ ਤੋਂ ਪ੍ਰਭਾਵਿਤ ਹੁੰਦਾ ਉਸ ਨੂੰ ਮਿਲਣ ਨੂੰ ਦਿਲ ਕਰਦਾ ਹੈ। ਜੋ ਗੁਰੂ ਤੋਂ ਪ੍ਰਭਾਵਿਤ ਹੈ ਉਸ ਨੂੰ ਗੁਰੂ ਨੂੰ ਮਿਲਣ ਨੂੰ ਦਿਲ ਕਰਦਾ ਹੈ। ਜੋ ਮਿੱਤਰ ਤੋਂ ਪ੍ਰਭਾਵਿਤ ਹੈ ਮਿੱਤਰ ਨੂੰ ਮਿਲਣ ਨੂੰ ਦਿਲ ਕਰਦਾ ਹੈ। ਸਿੱਖ ਤੋਂ ਪ੍ਰਭਾਵਿਤ ਹੈ ਸਿੱਖ ਨੂੰ ਮਿਲਣ ਨੂੰ ਦਿਲ ਕਰਦਾ ਹੈ। ਗਵਾਂਢੀ ਤੋਂ ਪ੍ਰਭਾਵਿਤ ਹੈ ਗਵਾਂਢੀ ਨੂੰ ਮਿਲਣ ਨੂੰ ਦਿਲ ਕਰਦਾ ਹੈ। ਕਿਸੇ ਰਿਸ਼ਤੇਦਾਰ ਤੋਂ ਪ੍ਰਭਾਵਿਤ ਹੈ ਵਾਰ-ਵਾਰ ਉਹਨਾਂ ਦੇ ਘਰ ਜਾਣ ਤੇ ਉਹਨਾਂ ਨੂੰ ਸੱਦਣ ਦਾ ਦਿਲ ਕਰਦਾ ਹੈ। ਜੇ ਇਨਸਾਨ ਪ੍ਰਭਾਵਿਤ ਨਹੀਂ ਹੈ ਤੇ ਪਰਿਵਾਰ ਦੇ ਜੀਆਂ ਨੂੰ ਵੀ ਮੱਥੇ ਲਾਉਣੋਂ ਪਰੇ ਕਰਦਾ, ਲਾਉਣਾ ਨਹੀਂ ਚਾਹੁੰਦਾ, ਦੇਖਣਾ ਨਹੀਂ ਚਾਹੁੰਦਾ, ਕਿਉਂਕਿ ਪ੍ਰਭਾਵਿਤ ਨਹੀਂ। ਸ਼ਬਦ ਜੋ ਆਇਆ ਉਹਦੇ ਮੁਤਾਬਕ ਵਿਚਾਰ। ਇਸ ਕਰਕੇ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ, ਗੁਰੂ ਨਾਨਕ ਤੋਂ, 10 ਪਾਤਸ਼ਾਹੀਆਂ ਤੋਂ, ਭਗਤਾਂ ਤੋਂ, ਗੁਰਸਿੱਖਾਂ ਤੋਂ, ਸ਼ਹੀਦਾਂ ਤੋਂ ਪ੍ਰਭਾਵਿਤ ਹਾਂ। ਇਸ ਕਰਕੇ ਉਹਨਾਂ ਦਾ ਇਤਿਹਾਸ ਸੁਣਦੇ ਹਾਂ, ਇਸ ਕਰਕੇ ਉਹਨਾਂ ਨੂੰ ਨਮਸਕਾਰ ਸਿਜਦਾ ਕਰਦੇ ਹਾਂ, ਇਸ ਕਰਕੇ ਹੀ ਉਹਨਾਂ ਦੀ ਕਹੀ ਹੋਈ ਗੱਲ ਨੂੰ ਅਸੀਂ ਮੰਨਦੇ ਹਾਂ, ਕਿਉਂਕਿ ਅਸੀਂ ਉਹਨਾਂ ਤੋਂ ਪ੍ਰਭਾਵਿਤ ਹਾਂ। ਸਾਨੂੰ ਪਤਾ ਹੈ ਵੀ ਸਾਨੂੰ ਸਾਡੇ ਸਤਿਗੁਰ ਨੇ ਜੋ ਅਸੀਂ ਚਾਹੁੰਦੇ ਹਾਂ, ਜੋ ਅਸੀਂ ਮੰਗਦੇ ਹਾਂ, ਸਾਨੂੰ ਉਹ ਦੇ ਦੇਣਾ। ਸਾਨੂੰ ਪਤਾ ਹੈ ਵੀ ਜੋ ਮੰਗੇ ਠਾਕੁਰੀ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਇਸ ਕਰਕੇ ਅਸੀਂ ਉਸ ਦੀ ਸ਼ਰਨ ਦੇ ਵਿੱਚ ਆਉਂਦੇ ਹਾਂ। ਸਰਨ ਜੋਗ ਸੁਨ ਸ਼ਰਨੀ ਆਏ। ਇੱਕ ਹੋਰ ਪੰਕਤੀ ਇਹਦੇ ਨਾਲ ਲਾਉਂਦੇ ਹਾਂ। ਤਉ ਮੈਂ ਆਇਆ ਸ਼ਰਨੀ ਆਇਆ, ਭਰੋਸੇ ਆਇਆ, ਕਿਰਪਾ ਆਇਆ, ਜਿਉ ਭਾਵੈ ਤਿਉ ਰਾਖ ਸੁਆਮੀ, ਮਾਰਗ ਗੁਰੇ ਪਠਾਇਆ। ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ। ਕਿਸ ਤਰ੍ਹਾਂ ਆਇਆ ਹਾਂ? ਭਰੋਸੇ ਦੇ ਨਾਲ ਆਇਆ ਹਾਂ। ਮੈਨੂੰ ਇਹ ਭਰੋਸਾ ਹੈ ਮੇਰਾ ਜੀਵਨ ਤੁਸੀਂ ਬਦਲਦੇ ਹੋਗੇ। ਮੈਨੂੰ ਇਹ ਭਰੋਸਾ ਹੈ ਮੇਰੀ ਮਾੜੀ ਕਲਪਨਾ ਨੂੰ ਚੰਗੀ ਕਰ ਦਿਓਗੇ, ਮੇਰੇ ਦੁੱਖਾਂ ਨੂੰ ਦੂਰ ਕਰ ਦਿਓਗੇ, ਜੋ ਮੈਂ ਚਾਹੁੰਦਾ ਹਾਂ ਉਹ ਤੁਸੀਂ ਮੈਨੂੰ ਦੇ ਦਿਓਗੇ। ਇਹ ਮੇਰਾ ਤੁਹਾਡੇ ਤੇ ਭਰੋਸਾ ਹੈ। ਤਉ ਮੈਂ ਆਇਆ ਸ਼ਰਨੀ ਆਇਆ, ਕਿਰਪਾ ਆਇਆ, ਭਰੋਸੇ ਆਇਆ। ਜੇ ਭਰੋਸਾ ਉੱਠ ਜਾਏ ਤੇ ਇਨਸਾਨ ਨਾਤਾ ਬਣਾਉਂਦਾ ਨਹੀਂ, ਨਾਤਾ ਜੋੜਦਾ ਨਹੀਂ। ਵਿਸ਼ਵਾਸ ਤੇ ਭਰੋਸੇ ਤੇ ਰਿਸ਼ਤੇ ਬਣਦੇ ਨੇ, ਧਿਆਨ ਦੇਣਾ। ਵਿਸ਼ਵਾਸ ਤੇ ਭਰੋਸਿਆਂ ਤੇ ਰਿਸ਼ਤੇ ਨਿਭਦੇ ਨੇ। ਵਿਸ਼ਵਾਸ ਤੇ ਭਰੋਸਾ ਨਾ ਹੋਵੇ, ਧਿਆਨ ਦੇਣਾ, ਵਿਸ਼ਵਾਸ ਤੇ ਭਰੋਸਾ ਨਾ ਹੋਵੇ ਤੇ ਪਰਿਵਾਰ ਦੇ ਸਕੇ ਸੰਬੰਧੀਆਂ ਦੇ ਵੀ ਰਿਸ਼ਤਿਆਂ ਦੇ ਵਿੱਚ ਕਰਵਾਹਟ ਆ ਜਾਂਦੀ ਹੈ। ਇਸ ਕਰਕੇ ਭਰੋਸੇ ਆਇਆ। ਮੈਂ ਤੇਰੀ ਸ਼ਰਨ ਦੇ ਵਿੱਚ ਕਿਰਪਾ ਦੇ ਨਾਲ ਤੇ ਭਰੋਸੇ ਦੇ ਨਾਲ ਆਇਆ। ਸੋ ਗੁਰੂ ਤੇ ਭਰੋਸਾ ਰੱਖਣਾ, ਗੁਰੂ ਦੀ ਖੁਸ਼ੀ ਲੈਣੀ। ਇੱਕ ਦੂਜੇ ਤੇ ਭਰੋਸਾ ਰੱਖਣਾ, ਦੂਜੇ ਦੀ ਖੁਸ਼ੀ ਲੈਣੀ ਹੈ। ਇੱਕ ਦੂਜੇ ਤੇ ਭਰੋਸਾ ਨਾ ਰੱਖਣਾ, ਕਰਵਾਹਟ ਪ੍ਰਾਪਤ ਕਰਨੀ ਹੈ। ਤਉ ਮੈਂ ਆਇਆ ਸ਼ਰਨੀ ਆਇਆ, ਭਰੋਸੇ ਆਇਆ, ਕਿਰਪਾ ਆਇਆ। ਸਾਨੂੰ ਗੁਰੂ ਤੇ ਭਰੋਸਾ ਹੈ ਵੀ ਗੁਰੂ ਸਾਡਾ ਲੋਕ ਤੇ ਪਰਲੋਕ ਸਵਾਰ ਸਕਦਾ ਹੈ। ਇਹ ਸਾਨੂੰ ਗੁਰੂ ਤੇ ਭਰੋਸਾ ਹੈ। ਤੇ ਗੁਰੂ ਸੱਚਮੁੱਚ ਹੀ ਹਾਲਤ ਪਲਤ ਪ੍ਰਭ ਦੋਵੇਂ ਸਵਾਰੇ, ਹਮਰਾ ਗੁਣ ਅਵਗੁਣ ਨਾ ਵਿਚਾਰਿਆ। ਗੁਰੂ ਨੇ ਐਸੀ ਮਿਹਰ ਕੀਤੀ, ਐਸੀ ਕਿਰਪਾ ਕੀਤੀ, ਸਾਡਾ ਔਗਣ ਨਹੀਂ ਦੇਖਿਆ। ਸਾਡਾ ਬਹੁਤ ਹੀ ਸਤਿਕਾਰਯੋਗ ਛੋਟਾ ਵੀਰ ਬੇਅੰਤ ਮਾਇਆ ਹਾਜ਼ਰ ਕਰਕੇ ਗਿਆ ਕੀਰਤਨ ਦਾ ਸਤਿਕਾਰ। ਮਹਾਰਾਜ ਜੀ ਖੁਸ਼ੀਆਂ ਦੇ ਨਾਲ ਹੋਰ ਝੋਲੀਆਂ ਭਰਨ, ਤੰਦਰੁਸਤੀਆਂ ਬਖਸ਼ਣ, ਦੇਸ਼ ਪ੍ਰਦੇਸ਼ ਕਮਾਈਆਂ ਵਿੱਚ ਵਾਧੇ ਬਰਕਤਾਂ ਪਾਉਣ। ਆਓ ਜੀ ਸ਼ਬਦ ਨਾਲ ਜੁੜੀਏ। ਸ਼ਰਨ ਜੋਗ ਸੁਨ ਸ਼ਰਨੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ। ਮਹਾਰਾਜ ਜੀ ਦੀ ਜਦੋਂ ਸ਼ਰਨ ਦੇ ਵਿੱਚ ਅਸੀਂ ਆਏ ਹਾਂ, ਮਹਾਰਾਜ ਜੀ ਨੇ ਲਿਖਿਆ, ਸ਼ਬਦ ਦੇ ਅਰਥ ਇਸ ਤਰ੍ਹਾਂ ਲਿਖੇ ਹੋਏ ਨੇ। ਢੱਠਿਆਂ ਹੋਇਆਂ, ਡਿੱਗਿਆਂ ਹੋਇਆਂ ਦੀ ਗੁਰੂ ਨੇ ਬਾਂਹ ਫੜੀ। ਜਿਹੜੇ ਆ ਨਹੀਂ ਸਕਦੇ ਉਹ ਭਰੋਸਾ ਰੱਖਣ, ਮਹਾਰਾਜ ਜੀ ਉਹਨਾਂ ਨੂੰ ਵੀ ਉਠਾਲ ਦੇਣਗੇ। ਜਿਹੜੇ ਤੁਰ ਨਹੀਂ ਨਾ ਸਕਦੇ ਉਹ ਭਰੋਸਾ ਰੱਖਣ, ਉਹਨਾਂ ਨੂੰ ਵੀ ਮਹਾਰਾਜ ਜੀ ਤੋਰ ਦੇਣਗੇ। ਰਜਨੀ ਦੇ ਪ੍ਰਾਹੁਣੇ ਨੇ, ਰਜਨੀ ਦੇ ਪਤੀ ਨੇ। ਕਦੀ ਸੋਚਿਆ ਸੀ ਮੈਂ ਗੁਰੂ ਰਾਮਦਾਸ ਦੇ ਉਸ ਸਥਾਨ ਤੇ ਉੱਠ ਸਕਾਂਗਾ? ਉਹਨੇ ਨਹੀਂ ਸੋਚਿਆ ਸੀ।
उसने सोचा सी ये जिहड़ा मैनू सामने छोटा जिहा छप्पड़ दिसदा है की है, ये अमृत दा कुंड है, उन्होंने नहीं पता सी। पर जदों वो कर्म उसनों लै आए, वो शरणी आ गया तो उसनों पता लग गया, क्योंकि सोझी भी मालक दिंदा कागो हंस करे, वो कागों हंस करे मतलब उस जीवन नूं भी जिहड़ा जीवन वधिया नहीं हुंदा बहुत वधिया बना दिंदा है। दुख भंजन तेरा नाम जी, दुख भंजन तेरा नाम, आठ पहरा राधिए पूर्ण सतगुर ज्ञान। रजनी दा पिंगला पति कहंदे शरण विच आके राजी हो गया। ਉਹਦਾ ਸਰੀਰ ਜੁੜਿਆ ਪਿਆ ਸੀ, ਬਿਲਕੁਲ ਜੁੜਿਆ ਪਿਆ ਸੀ। ਅਸੀਂ ਤੁਰ ਸਕਦੇ ਹਾਂ, ਬਹਿ ਸਕਦੇ ਹਾਂ, ਮਾਮੂਲੀ ਪ੍ਰੋਬਲਮਸ ਹਰ ਇੱਕ ਨੂੰ ਹੁੰਦੀਆਂ ਹਨ। ਇਹ ਨਾ ਕੋਈ ਕਵੇ ਵੀ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਹੈ, ਕਿਸੇ ਨੂੰ ਸਰੀਰ ਦੇ ਕੋਈ ਅੰਗ ਦੀ ਪ੍ਰੋਬਲਮ ਹੈ। ਜਿਹਦਾ ਦਿਮਾਗੀ ਸੰਤੁਲਨ ਸਹੀ ਨਾ ਹੋਵੇ ਉਹਨੂੰ ਵੀ ਤਾਂ ਪ੍ਰੋਬਲਮ ਹੀ ਹੈ। ਦੁਨੀਆ ਦੇ ਵਿੱਚ ਮਹਾਰਾਜ ਕਹਿੰਦੇ ਸਾਰਾ ਸੰਸਾਰ ਦਾ ਹੋਲ ਵਰਲਡ ਇਜ਼ ਅਨਹੈਪੀ, ਨਾਨਕ ਦੁਖੀਆ ਸਭ ਸੰਸਾਰ। ਇਸ ਕਰਕੇ ਕੁਝ ਨਾ ਕੁਝ ਥੋੜ੍ਹਾ ਥੋੜ੍ਹਾ ਕਿਸੇ ਨੂੰ ਇਹ ਪ੍ਰੋਬਲਮ ਹੁੰਦੀ ਹੈ, ਚਾਹੇ ਸਰੀਰ ਦੀ ਚਾਹੇ ਮਾਨਸਿਕ ਤੌਰ 'ਤੇ। ਚਾਹੇ ਮਾਨਸਿਕ ਪ੍ਰੋਬਲਮ ਹੈ ਚਾਹੇ ਕੋਈ ਸਰੀਰਕ ਪ੍ਰੋਬਲਮ ਹੈ, ਗੁਰੂ ਮਹਾਰਾਜ ਜੀ ਕਹਿੰਦੇ ਤੂੰ ਸ਼ਰਨ ਵਿੱਚ ਆ। ਪਿੰਗਲਾ ਜੇ ਪਰਬਤ ਚੜ੍ਹ ਸਕਦਾ, ਜੇ ਭਿਖਾਰੀ ਰਾਜਾ ਬਣ ਸਕਦਾ, ਜੇ ਅੰਨਾ ਸੁਜਾਖਾ ਬਣ ਸਕਦਾ, ਤੇ ਫਿਰ ਮਹਾਰਾਜ ਜੀ ਕਹਿੰਦੇ ਤੂੰ ਵੀ ਬਹੁਤ ਬਖਸ਼ਿਸ਼ ਪ੍ਰਾਪਤ ਕਰ ਸਕਦਾ ਹੈ। ਸੋ ਸਰਨ ਜੋਗ ਸੁਨ ਸ਼ਰਨੀ ਆਏ, ਤੇਰੀ ਸਿਫਤ ਲਾ ਸਲਾਹ ਸੁਣ ਕੇ ਅਸੀਂ ਵੀ ਤੇਰੀ ਸ਼ਰਨ ਵਿੱਚ ਆਏ ਹਾਂ। ਸਾਨੂੰ ਤੇਰੀ ਦੱਸ ਪਈ ਹੈ, ਸਾਨੂੰ ਕਿਸੇ ਨੇ ਦੱਸਿਆ, ਮੈਨੂੰ ਵੀ ਕਿਸੇ ਨੇ ਰੱਬ ਬਾਰੇ ਦੱਸਿਆ, ਤੁਹਾਨੂੰ ਵੀ ਕਿਸੇ ਨੇ ਰੱਬ ਬਾਰੇ ਦੱਸਿਆ, ਔਰ ਜਿਸ ਨੇ ਸਾਨੂੰ ਦੱਸਿਆ ਉਹਨੂੰ ਵੀ ਕਿਸੇ ਨੇ ਦੱਸਿਆ। ਗੁਰੂ ਨਾਨਕ ਮਹਾਰਾਜ ਜੀ ਨੂੰ ਸਿੱਧ ਪੁੱਛਦੇ ਤੁਹਾਨੂੰ ਕਿਹਨੇ ਦੱਸਿਆ? ਸਾਰਿਆਂ ਨੂੰ ਕਿਸੇ ਨੇ ਦੱਸਿਆ। ਮਹਾਰਾਜ ਜੀ ਕਹਿੰਦੇ ਸਾਨੂੰ ਸ਼ਬਦ ਨੇ ਦੱਸਿਆ, ਸ਼ਬਦ ਗੁਰੂ ਸੁਰਤ ਧੁਨ ਚੇਲਾ, ਸਾਨੂੰ ਵੀ ਕਿਸੇ ਨੇ ਦੱਸਿਆ। ਇਸ ਕਰਕੇ ਸ਼ਬਦ ਮਹਾਨ ਹੈ, ਸ਼ੁਰੂ ਤੋਂ ਸ਼ਬਦ ਚੱਲਦਾ ਆ ਰਿਹਾ। ਹੁਣ ਵੀ ਸਾਨੂੰ ਜੋ ਕੁਛ ਵੀ ਦਿਸ ਰਿਹਾ ਇਹ ਸ਼ਬਦ ਦੇ ਆਸਰੇ ਹੀ ਦਿਸ ਰਿਹਾ। ਇਹ ਜਿਹੜੀ ਵਿਚਾਰ ਤੇ ਕਥਾ ਹੈ ਸ਼ਬਦ ਦੇ ਨਾਲ ਹੀ। ਜੇ ਸ਼ਬਦ ਨਾ ਹੁੰਦੇ ਤੇ ਅਸੀਂ ਕੁਛ ਬੋਲ ਨਹੀਂ ਸੀ ਸਕਦੇ, ਅਲਫਾਜ਼ ਨਾ ਹੁੰਦੇ ਤੇ ਅਸੀਂ ਕੁਛ ਟਰਾਂਸਲੇਸ਼ਨ ਨਹੀਂ ਸੀ ਕਰ ਸਕਦੇ। ਸੋ ਗੁਰਬਾਣੀ ਦੇ ਵਿੱਚ ਪਾਵਨ ਪਵਿੱਤਰ ਅੱਖਰ ਲਿਖੇ ਹੋਏ ਨੇ, ਔਰ ਇਹ ਧੁਰਦਰਗਾਹੀ ਬਾਣੀ ਦੇ ਅੱਖਰ ਹਨ। ਜਦੋਂ ਇਹਨਾਂ ਨੂੰ ਅਸੀਂ ਖੋਲ੍ਹਦੇ ਹਾਂ, ਵਿਚਾਰ ਕਰਦੇ ਹਾਂ, ਤੇ ਸਾਨੂੰ ਬਹੁਤ ਵੱਡਾ ਇੱਕ ਖਜ਼ਾਨਾ ਮਿਲਦਾ ਹੈ, ਬਹੁਤ ਵੱਡਾ ਗੁਰਸਾਗਰ ਰਤਨੀ ਭਰਪੂਰ, ਰਤਨਾਂ ਦੇ ਨਾਲ ਭਰਿਆ ਹੋਇਆ ਸਾਨੂੰ ਖਜ਼ਾਨਾ ਮਿਲਦਾ। ਸੋ ਅਸੀਂ ਸੁਣੀ ਸਿਫਤ, ਸਾਨੂੰ ਸਿਫਤ ਸੁਣਨ ਨੂੰ ਮਿਲੀ ਤੇ ਅਸੀਂ ਉਹਦੀ ਸ਼ਰਨ ਵਿੱਚ ਆਏ ਹਾਂ। ਜਿਵੇਂ ਮੈਂ ਪਹਿਲਾਂ ਕਿਹਾ, ਕਿਸੇ ਨੂੰ ਕੋਈ ਬਿਮਾਰੀ ਤੋਂ ਆਰਾਮ ਨਾ ਆਵੇ, ਕੋਈ ਭੈਣ ਕੋਈ ਭਾਈ ਉਹਨੂੰ ਦੱਸ ਪਾਉਂਦਾ ਵੀ ਫਲਾਨੀ ਜਗ੍ਹਾ ਚਲਿਆ ਜਾ, ਮੈਂ ਵੀ ਫਲਾਨਾ ਵੀ ਰਾਜੀ ਹੋਇਆ, ਤੂੰ ਵੀ ਰਾਜੀ ਹੋ ਜਾਏਗਾ। ਉਹ ਭਰੋਸੇ ਦੇ ਨਾਲ ਫਿਰ ਉਸ ਦੇ ਕੋਲ ਜਾਂਦਾ ਹੈ, ਔਰ ਕਈ ਵਾਰ ਰਾਜੀ ਵੀ ਹੋ ਜਾਂਦਾ ਹੈ। ਮਤਲਬ ਸੁਣ ਕੇ ਆਇਆ। ਮੈਂ ਉਸ ਨੂੰ ਨਾ ਦੂਰ ਸਮਝਿਆ ਸੀ, ਮੈਂ ਉਸ ਨੂੰ ਬਹੁਤ ਦੂਰ ਸਮਝਿਆ ਸੀ, ਪਰ ਮਹਾਰਾਜ ਜੀ ਕਹਿੰਦੇ ਪੇਖਤ ਸੁਣਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ। ਉਹ ਬਹੁਤ ਲਾਗੇ ਸੀ, ਮੇਰੀ ਸੋਚ ਦੀ ਮੂਰਖਤਾ ਕਰਕੇ ਮੈਂ ਉਹਨੂੰ ਦੂਰ ਸਮਝਦਾ ਰਿਹਾ। ਸਦਾ ਅੰਗ ਸੰਗੇ ਅਭੰਗੰ ਵੇ ਪੋਤੇ ਸੀ। ਸੋ ਮੈਂ ਉਸ ਦੀ ਸਿਫਤ ਸਲਾਹ ਸੁਣ ਕੇ ਮੈਂ ਉਸ ਦੇ ਦਰ 'ਤੇ ਜਾ ਪਹੁੰਚਾ। ਜਾਂ ਮੈਂ ਆਇਆ ਹਾਂ, ਜਾਂ ਮੈਂ ਜਾਣ ਲੱਗਾ ਹਾਂ, ਜਾਂ ਮੇਰਾ ਜਾਣ ਨੂੰ ਚਿੱਤ ਕਰਦਾ। ਕਿੱਥੇ? ਗੁਰੂਦੁਆਰੇ ਹੋਏ ਸੋਝੀ ਪਾਏ ਸੀ। ਮੈਂ ਹੁਣ ਤੇਰੇ ਦੁਆਰੇ 'ਤੇ ਆ ਗਿਆ, ਸਰਨ ਜੋਗ ਸੁਨ ਸ਼ਰਨੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ। ਤੂੰ ਮੇਰੇ 'ਤੇ ਬੜੀ ਮਿਹਰ ਕੀਤੀ ਹੈ, ਤੂੰ ਮੈਨੂੰ ਆਪਣੇ ਨਾਲ ਮਿਲਾ ਲਿਆ, ਤੂੰ ਮੈਨੂੰ ਆਪਣਾ ਦਾਸ ਤੇ ਆਪਣਾ ਗੋਲਾ ਕਰ ਲਿਆ। ਕਰ ਕਿਰਪਾ ਪ੍ਰਭ ਆਪ ਮਿਲਾਏ। ਮਿਲਾਉਂਦਾ ਉਹਨਾਂ ਨੂੰ ਜੋ ਮਿਲਣਾ ਚਾਹੁੰਦੇ ਨੇ, ਜਗਾਉਂਦਾ ਉਹਨਾਂ ਨੂੰ ਜੋ ਜਾਗਣਾ ਚਾਹੁੰਦੇ ਨੇ, ਜੋ ਮਿਲਣਾ ਚਾਹੁੰਦੇ ਨੇ, ਜੋ ਜਾਗਣਾ ਚਾਹੁੰਦੇ ਨੇ, ਉਹਨਾਂ ਨੂੰ ਹੀ ਉਹ ਜਗਾਉਂਦਾ। ਔਰ ਇਹ ਸ਼ਬਦ ਪੜ੍ਹਾਉਂਦਾ ਕਿਹੜਾ? ਕਬੀਰ ਸੂਤਾ ਕਿਆ ਕਰੇ,
उठ के ना जप है मुरार, एक दिन सोवन होएगो लांबे गौंड पसार। एक दिन तैनू उठना पैना, उस नींद दे विचों उठना पैना जो अज्ञानता की नींद दे विच तू हमेशा लई सुता होया। और इसनों सकाउण इस जगाउण दा कौन यतन करदा? इसदा गुरु। इसदा गुरु शब्द राही ये सुनाउंदा, जाग लेहो रे मना जाग लेहो, कहाँ गाफल सोया, जो तन उपजया संग ही सो पी संग ना होया। तेनू जागना चाहिए। जिस शरीर नू लैके तू नींद लैके सुता होया, इस शरीर भी तेरा नहीं है। इस करके जिसने मिलना चाहया उन्होंने मिला लिया, जिसने जागना चाहया उसनों जगा लिया। एक जगंदे नाल हैं, एक ना सुत्तियां दे उठाल। जिन्हां दे अंदर तीवर इच्छा हुंदी है ना, उन्हां सुत्तियां नूं भी महाराज जी कहते चल उठ, तेरा अमृत वेला हो गया। उन्होंने एक बारी तो महाराज जी जगांदा है। वक्री गल है, मन ना मारिया जाए फिर बंदा लम्मा पै जाए, एक बारी वो जगाउंदा है। उठ फरीदा उजू साज, ये भी साढ़े ते पंक्तियां ने, कलियां मुसलमाना ते नहीं भी उजू की नवाज की उन्होंने गुजारनी है, सानू अमृत वेले का इशारा है। उठ फरीदा उजू साज, सुबह सुबह निवाज गुजार, जो सिर साईं ना निवै सो सिर कापी उतार। ये तो सख्त वचन की हो सकता? जिहड़ा सिर साईं दे अगे झुकदा नहीं, जिहड़ा सिर साईं दे अगे निवदा नहीं, उन्होंने कट दे, वो तेरे किसी काम का नहीं। जिहड़ी जीव वाहिगुरू वाहिगुरू राम राम अल्लाह अल्लाह खुदा खुदा नहीं कहती, रसना जपे ना नाम तिल तिल कर कटिए, हर हाँ जब बिसरै गोबिंद राय दिनों दिन घटिया। महाराज जी कहते जेदी जिंदगी तो सेवा, जिस दी जिंदगी विचों परोपकार वडियाई सिमरन चला गया ना, वो तिल तिल करके थल्ले नूं निगरदा जांदा है। ये बाणी विच लिखिया, रसना जपे ना नाम तिल तिल कर कटिए, हर हाँ जब बिसरे गोबिंद राय दिनों दिन घटिया। इस करके जुड़े रहना, गुरु दे नाल जुड़े रहना। देखो असी गुरु दे हैं, गुरु साडा बस, होर कोई नहीं। जिथे भी जाना, किसी तीर्थ यात्रा ते जाओ, किसी धार्मिक स्थान ते जाओ, किसी महापुरख को जाओ, बस केवल सच ते आप, ओ गुरु ते आप। सज्जे खब्बे किसी वल नहीं देखना, जो सज्जे खब्बे दिखेगा ਉਹਦਾ बेड़ा डोल जाएगा। हमेशा सीधा अपने रस्ते वाल देखीदा। ड्राइवर सज्जे खब्बे वेखे वो गड्डी नूं राह तों दूसरे पासे लै जांदा, कई बार एक्सीडेंट हो जाता है। इस करके चरण चलो मार गोबिंद, मिटे नाम जपीए हर बिंदे, पाप जपीए हर बिंद। अपने आप नूं सीधा करके, एक बाणी विच रोज़ पंक्ति असीं पढ़दे हां, डंडाउत। डंडाउत मतलब सीधा, डंडे वांगू सीधा। अपने मन नूं सीधा करके सीधा तुरिया जाना। जिवें असीं अपने बच्चिआं नूं आखीदा भाई सीधा जाना ते सीधे घर वापस आउणा। इस करके गुरु दे सिख ने भी सीधा जाना ते सीधा आउणा। ते पातशाह जी कहंदे फिर कर किरपा प्रभ आप मिलाए। महाराज जी मेहर करके उसनों अपने नाल मिला लेंगे, अपने विच भेद कर लेंगे। अपनी जान पछाण जिहड़ी है उहदे तो रूबरू करा देणगे, रूबरू हो जाणगे। गुरु अपनी पहचान जिहड़ी है सबनों नहीं दिंदा। प्रगट पहारे जपदा अपनी पहचान सबनों नहीं दिंदा। जो मैं पहला कहा, जो पहचानना चाहुंदा है, जो जानना चाहुंदा है, उन्होंने पहचान दिंदा है। मिट गए बैर भए सब रेन, अमृत नाम साध संग लैन। जदों गुरु ने मैनू मिला लिया ना अपने नाल, गुरु ने कला मिलाया नहीं। गुरु ने सत्संग जी सतगुर कहंदे कला मिलाया नहीं। गुरु ने साडे अंदरों हर तरह दा भरम बैर मिटा दिता। मिट गए बैर। जे बैर मिटिया मतलब सतसंग कीती है, जे बैर नहीं मिटिया मतलब सतसंग नहीं कीती।
जे बैर चल रहा है तो मतलब सतसंगी नहीं, जे बैर मिट गया मतलब सतसंगी है। मिट गए बैर भए सब रेन। जदों महाराज जी कहते बैर मिटदा फिर रेन बनता है, फिर धूड़ी बनता है। धूड़ी जिहड़ी ਉਹਦੇ ਲਈ लिखिया ਸੌਂਦੀ है, धूड़ी विच लुड़ंदड़ी सोहा नानक तैसै नाले। मिट गए बैर, बैर कित्थों मिटदे ने? बिसर गई सब तात पराई, जब ते साध संगत मोह पाई। संगत उसने ही कीती होएगी, उसदी ही मन्नी जाएगी जिस दे बैर मिट गए होणगे। क्योंकि गुरु घर दे विच आके माड़ियां चीज़ां दा नाश हुंदा, जिन्हों कहंदे ने महाराज दुरमत दा नाश करी ते गुरमत दा प्रकाश करी। दुरमत दा नाश करी ते गुरमत दा प्रकाश करी। इहदा मतलब दुरमत दे विच वैर विरोध नफरत निंदिया चुगली झूठ ये सारियां चीज़ां मिट जांदियां ने। गुरु महाराज जी बहुत प्यारा शब्द सानू बख्शिश कर रहे ने। मिट गए बैर, मिट गए बैर भए सब रेन, अमृत नाम साध संग लैन। सो गुरु की कृपा के नाल जदों ये चीज़ां मिट गई, महाराज जी कहते फिर अमृत जिद्दां इंज कह लीए जो बंदा सरैंडर कर दिंदा है, जिवें पंज प्यारे ने सरैंडर किया सी, महाराज जी कहते हुण तुहानूं देना अमृत। जदों तक आपा वारदा नहीं मनुख, आप गवाए तां सौ पाए, आप गवाए तां सौ पाए। महाराज जी कहते अपने आप नूं मतलब आपा भाव मान हंकार मैं मेरी नूं मिटा के जदों रेन बन जाता है, जदों रेन बन जाता है, गुरु महाराज जी कहते फिर अमृत नाम साध संग लैन। फिर संगत दे विच अमर करन वाला अमृत नाम मिलता है। अमृत पीवो सदा चिर जीवो, हर सिमरत आनंद अनंता, रंग तमाशा पूर्ण आसा, कबे न व्यापे चिंता, अमृत नाम साध संग लैन। सो संगत दे विचों अमृत दीयां बूंदां मिलदियां हन। वो कीर्तन राही मिलन, कथा राही मिलन, चाहे किसी तरीके नाल मिलन। जदों साडे ढाडी वीर इतिहास सुणाउंदे ने वो भी अमृत बूंदां ने, जदों कथा वाचक कथा सुणाउंदा ये भी अमृत बूंदां हन। हुण ढाडी महाराज जी ने बाणी विच लिखिया, मैं तेरा ढाडी हाँ, मैं तेरा गुण गाउण वाला कीर्तनिया हाँ, मैं तेरी कथा करन ते सुन वाला कथा वाचक हाँ। बाणी विच लिखिया हर एक दे बारे लिखिया। जे कोई कवि सिफत सलाह करदा कविता राही ते वो भी अमृतमई बूंदा ही हन। पर सिफत सतगुर दी होवे, सच दी होवे। सो अमृत नाम साध संग लैन, सो प्रसन्न भए गुरुदेव पूर्ण होई सेवक की सेव। जदों असी अमृत दीयां बूंदां अमृत नाम प्राप्त करते हाँ कीर्तन राही कथा राही, सो पातशाह जी कहते फिर गुरु जी तुठ पैंदे ने। जदों असी गुरु का हुक्म सुन के मनते हाँ, महाराज जी कहते गुरु जी तुठ पैंदे ने। सो प्रसन्न भए गुरुदेव पूर्ण होई सेवक की सेव। फिर जिहड़ी साडी कीती होई मेहनत मुशक्कत सेवा ये सिरे चढ़ जाती है, भाग लग जाते ने, प्रफुल्लित हो जाती है। जिनी नाम ध्याया गए मशक्कत घाल, नानक ते मुख उजले केती छुट्टी नाल। जिनको नदर करम तिनकार, नानक नदरी नदर निहाल। सो प्रसन्न भए गुरुदेव। मतलब गुरु पातशाह उदों प्रसन्न होणगे जिहड़ियां उपरलियां पंक्तियां दी असीं विचार कीती, जे इन्हां मुताबक चलिया जाएगा। सो प्रसन्न भए गुरुदेव पूर्ण होई सेवक की सेव। कीती हुई सेवक दी सेवा प्रवान हो गई। सो साडा सुनिया, साडा पढ़िया जां सुनाया, साडी सेवा कीती। एक ते हुंदा ना सेवा कर दित्ती,
कोई अपनी नौकरी करदा, नौकरी करके घर नूं आ गया तो जे उन्होंने महीने बाद तनख्वाह ना मिले, ध्यान देना, जे वो जॉब ते कोई जाता है उसनों उसकी मेहनत का मुल ना मिले तो उसकी मेहनत कित्थे जाती है। जदों असीं सेवा करते हैं, असीं कीर्तन कथा सुनते हैं, नितनेम करते हैं, सुखनी साहब करते हैं, ये तो कर्म कर लिया, ये तो कर्म हो गया। इस तो बाद इस कर्म का फल भी तो चाहिए ना, इस कर्म का फल भी तो चाहिए ना। साडी पढ़ी सुनी गुरबाणी जिहड़ी है ये प्रवान हो जाए, ये भी तो चाहिए ना। कर्म कर लिया, सेवा भी कर ली और सिमरन भी कर लिया, नितनेम भी कर लिया, प्रकाश भी कर लिया, कथा भी कर ली, कीर्तन भी कर लिया। हुण गल ये रह गई है भी ये सब कुछ किया प्रवान भी हो रहा कि नहीं। मैं अपने हाथ दे नाल सिमरना माला जप रहा कि मेरी ओ जपी हुई माला दा मनका उस धुर दरगाह तक पहुँच रहा है। जे पहुँच रहा तो मच बैठ, जे नहीं पहुँच रहा तो फिर इहदे बारे सोचण दी ज़रूरत है, इस दे हल दी ज़रूरत है। साडी वड्डी हुई फसल जिहड़ी है ये विक जाए ना, पैसे तां ही जेब विच आउंदे ने। जे मंडियां दे विच रुलदी रहे, जे उसका भाव ठीक ना मिले, जे विक भी जाए आड़तीए चक्कर मराउण, जे सरकारां मुल ना देन, कौडियां दे भाव जिहड़ी चीज़ महंगी है सस्ती लै लैन ते फिर भी जिहड़ी गल नहीं बनती। इस करके कीमत पैनी बहुत ज़रूरी है। मतलब साडा पढ़िया सुनिया प्रवान होना बहुत ज़रूरी है। गाविया सुनिया तिनका हर थाए पावे, जिन सतगुर की आज्ञा सत सत कर मानी। मेरा तुहाडा तां ही प्रवान होवेगा जे गुरु दी आज्ञा नूं मन्निया जाएगा। आज्ञा सानू पता ही है, रोज श्रवण करते हाँ की आज्ञा है। आज्ञा भई अकाल की तबै चलायो पंथ, सब सिखण को हुक्म है गुरु मान्यो ग्रंथ। गुरु ग्रंथ नूं मन्ना केवल मत्था टेकना जां प्रमुख कर्मा करनी, चौर सब करना नहीं है। गुरु ग्रंथ साहिब जी दे विच जो लिखिया है उसनों मनना गुरु नूं मनना किया जाता है, उसनों ही कमाई किया जाता है। सो प्रसन्न भए गुरुदेव, पूर्ण होई सेवक की सेव। सो सेवकां दी सेवा जिहड़ी है प्रवान हो गई जदों गुरु दी प्रसन्नता मिल गई। आल जंजाल बिकार ते रहते, राम नाम सुन रसना कहते। जदों गुरु की मेहर हो गई, प्रसन्नता हासिल हो गई, सो महाराज जी कहते दुनिया के तमाम जंजालों के विचों जिहड़े असीं फसे हुए सी वो निकल गए। वो मन जिहड़ा गंधला ते मैला हुंदा सी, देख देख के संसार की सुंदरता नूं, मन साडा लज्जत दा प्रेमी है, रंगां दा आशिक है। मन कोई भी चीज़ देखे इसने उसकी कल्पना अवश्य करनी है। मन कोई भी दुनिया की वस्तु देखे, जड़ देखे, चेतन देखे, करूप देखे, रूप देखे, सुंदरता देखे, उहदे बारे मन ने सोचना ही सोचना। इस करके गुरु महाराज जी कहते जदों प्रसन्नता मैनू गुरु की हासिल हुई, ये जिहड़े जंजाल सी ना, आल जंजाल बिकार ते रहते, मैं बेकारी भी हुंदा सी, स्पर्श करके नहीं, पाप केवल स्पर्श करके या हाथां दे नाल प्रैक्टिकल रूप दे विच नहीं हुंदा। ये मन विच जदों सोच विच किसी प्रति कोई भी ख्याल पैदा हुंदा, ये पाप पैदा हुंदा ते उस बंदे नूं पापी बनाउंदा है। ध्यान देना, पाप जिहड़ा है ना ये साडी सोच दे विचों पैदा। हत्थ लाउण दी जरूरत नहीं, किसी नूं मुक्का डंडा मारन दी जरूरत नहीं, बाहरली क्रिया की जरूरत नहीं। तुसी इत्थे बैठे हो, किसी प्रति माड़ी सोच रख लो, माड़ा सोचो तो पाप बन गया। ते बाणी में पता की लिखिया, पापी कर्म कमावंदे करदे हाय हाय, नानक ज्यों मत्थन मधाणियां त्यों मथे धर्म राए। इहदे बारे ये लिखिया है
जे किसी के मन दे विच पाप आउंदा है, किसी की धी नूं देख के कोई गंदा ख्याल लियाउंदा है, किसी की माँ भैन नूं देख के कोई गलत कल्पना करदा है, जां किसी पर पुरुष नूं देख के कोई इस्त्री भी गलत कल्पना करदी, चाहे मर्द है चाहे कोई भी है, जे अंदर वासना ते विकार किसी नूं देख के कल्पना दे विच आउंदे हन ते ओह पाप है, ओह पाप है। इस पाप का खमियाजा, इस पाप का महाराज जी कहते लेखा जिहड़ा हुंदा है, क्योंकि लेखा लीजै तिल ज्यों पीड़ी। सज्जन ठग ते बाहरों धर्मी है, लोगों के कोलों हार पाउंदा है अपने गले दे विच। लोकी कहंदे तेरे वर्गा धर्मी कोई नहीं, पर उन्होंने पता मेरे वर्गा पापी कोई नहीं। सज्जन नूं पता मेरे वर्गा पापी कोई नहीं, क्योंकि मैं मर्डर भी करदा हाँ, लोकां दी हत्या करके उन्होंने रात नूं तहखाने विच सुट के ते उन्हां दा माल लुट लैना हाँ। भावें ये सब कुछ करन दे लई उसने बंदे रखे हुए ने, पर उसनूं अपने आप नूं पता भी मैं अच्छा नहीं हाँ, मैं चंगा नहीं हाँ, मैं पापी हाँ। पर एक बहुत वड्डी गल इत्थे ये भी कर दईए, जे कोई पापी बन गया, जे कोई पापी हो गया किसी भी तरीके नाल जाने अनजाने दे विच, महाराज जी कहते फिर भी बख्शिया जाएगा। हाँ पापी तो बख्शनहार। असी खत्ते बहुत कमाउंदे, रोज़ पढ़ते हाँ, हम अपराधी सद भूलते तुम बख्शनहारे। सो इसदा मतलब ये नहीं कोई भुल्लां करी जावे ते ओह बैठा भी बख्शी जाएगा, नहीं। वो कहता भी भुल जो हो गई है उस तो बाद मुड़ ना की जाए, फिर बख्शण की गारंटी है। गणका ने एक क्या सी, मैं मुड़ ये भुल नहीं महापुरखो करांगी जो मैं कर चुकी हाँ, तो ਉਹਦੇ ਕੋਲੋਂ वादा लैके फिर गणका का उधार कर दिता सी, पर उस तो पहला वादा लिया सी। कौल करार किया जाता है। गुरु भी सानू कहते ने भी तू वादा कर जो कुछ हो चुका है मुड़ उसनों दोहराएगा नहीं, तो फिर तेरी जिम्मेवारी मैं लेंदा हाँ। सो आल जंजाल बिकार ते रहते राम नाम सुन रसना कहते। सो जो कृपा होगी बिकारां तो बच गए, तो फिर हुण राम दे नाम नू जपन नू दिल करदा है। बिबचारी ध्यान देना, बिबचारी वासना लई जागदा है, परमात्मा लई नहीं। बिबचारी वासना लई जागदा है, वो बंदगी लई नहीं जागदा। गुरमुख विचार लई नहीं जागदा, वो परमात्मा की खुशी दे लई उन्होंने याद करन लई जागदा है। वो कौन जागदा, वो कौन जागदा? कर प्रसाद दया प्रभ धारी, जिस ते उस परमात्मा ने मेहर कीती है वो ही ये चीज़ नू अपनाउंदा है, वो ही अमृत वेले जागदा है, वो ही गुरु दे चरनां दे विच आउणा चाहुंदा है। पर उसकी भावना बहुत प्यारी होनी चाहिए है। गुरु दे घर आउण दे लई भावना का पाक होना बहुत जरूरी है। जे भावना पाक ना होवे, दुनिया दे धार्मिक स्थान, दुनिया दे विच गुरु घर मंदिर मस्जिदां कोई भी धार्मिक स्थान है, जे मन भावना पाक पवित्र नहीं है, उन्हां दे लई महाराज जी ने एक पंक्ति लिखी है, नहावन चले तीर्थी मन खोटे तन चोर, एक पौ लत्ती नातियां दोए भाव चढ़िए सहोर, बाहर धोती तूमड़ी अंदर विसन कोर, साध भले अन नातियां चोर से चोरा चोर, जे अंदरली मैल नफरत नहीं लथी, ते महाराज जी कहते 8 की जगह 60 होर जोड़ लै 68 कर ली। ये गल नहीं बननी, गल नहीं बननी। दिल का हुजरा साफ कर उसके आने जाने के लिए, इसनू साफ कर, ओनू जे बिठाउणा ओहदी कृपा दा पात्र बनना है, तो फिर महाराज जी कहते नफरत नू मिटा, वैर नू मिटा, गलत चीज़ नू मिटा, ओहदा तेरे घर दे विच आउणा होएगा। गलत बंदे दे घर असी नहीं जांदे, अपने बच्चियां नू किसे गलत घर नहीं जान दिंदे। ते जे कोई अपने हिरदे नू गलत घर बना चुका है, उस हिरदे रूपी गलत घर दे विच परम पिता परमात्मा किवें आ सकदा है? वो भी कहंदा है अपने घर नू शुद्ध कर, अपने घर नू पाक पवित्र कर।
ਸੁੱਚ ਹੋਵੇ ਤਾਂ ਸੱਚ ਪਾਈਏ। ਸੁੱਚ ਕਿਤੇ ਸਰੀਰ ਦੀ ਥੋੜ੍ਹਾ ਚਾਹੀਦੀ ਹੈ। ਸਰੀਰ ਤੇ ਕੋਈ ਨਹੀਂ, ਕੋਈ ਮੈਲਾ ਕੱਪੜਾ ਪਿਆ ਵੀ ਹੋਵੇ, ਗੁਰੂ ਦੁਖੀ ਨਹੀਂ ਹੁੰਦਾ, ਪਰੇਸ਼ਾਨ ਨਹੀਂ ਹੁੰਦਾ। ਗੁਰੂ ਜਦੋਂ ਸਾਡੇ ਉਸ ਮਨ ਰੂਪੀ ਮੈਲੇ ਕੱਪੜੇ ਨੂੰ ਦੇਖਦਾ, ਫਿਰ ਪਿਓ ਨੂੰ ਬੜੀ ਪਰੇਸ਼ਾਨੀ ਹੁੰਦੀ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਆਪਣੇ ਮਨ ਨੂੰ, ਆਹੋ ਬੜੀ ਪਿਆਰੀ ਪੰਕਤੀ ਆ ਰਹੀ, ਭਾਂਡਾ ਧੋਏ ਬੈਸ ਧੂਪ ਦੇਵੋ ਤੋਦੂ ਦੇ ਕੋ ਜਾਵੋ। ਭਾਂਡਾ ਅਤ ਮਲੀਨ ਹੱਛਾ, ਮਹਾਰਾਜ ਜੀ ਕਹਿੰਦੇ ਧੋਤਾ ਹੱਛਾ ਨਾ ਹੋਏ ਸੀ। ਇਸ ਕਰਕੇ ਇਸ ਮਲੀਨ ਨੂੰ ਬਹੁਤ ਮੁਸ਼ਕਲ ਹੈ ਹੱਛਾ ਕਰਨਾ, ਪਾਕ ਕਰਨਾ। ਪਵਿੱਤਰ ਚੀਜ਼ ਦੇ ਵਿੱਚ ਹੀ ਪਰਮ ਪਿਤਾ ਪਵਿੱਤਰ ਹੈ, ਉਹ ਆਏਗਾ। ਸੋ ਕਦੋਂ? ਕਰ ਪ੍ਰਸਾਦ ਦਇਆ ਪ੍ਰਭ ਧਾਰੀ, ਨਾਨਕ ਨਿਭਹੀ ਖੇਪ ਹਮਾਰੀ। ਸੋ ਸਾਡਾ ਕੀਤਾ ਹੋਇਆ ਵਣਜ, ਸਾਡਾ ਕੀਤਾ ਹੋਇਆ ਸੌਦਾ, ਗੁਰੂ ਨੇ ਮਿਹਰ ਕਿਰਪਾ ਕੀਤੀ, ਸਾਡਾ ਕੀਤਾ ਹੋਇਆ ਸੌਦਾ ਦਰਗਾਹ ਦੇ ਵਿੱਚ ਕਬੂਲ ਹੋ ਗਿਆ। ਨਾਨਕ ਨਿਭਹੀ ਖੇਪ ਹਮਾਰੀ, ਸਾਡਾ ਵਣਜ ਪੂਰਾ ਹੋ ਗਿਆ। ਜਿਸ ਸੌਦੇ ਲਈ ਅਸੀਂ ਤੁਰੇ ਸੀ ਉਹ ਸੌਦਾ ਸਹੀ ਹੋ ਗਿਆ। 20 ਰੁਪਏ ਦਾ ਸੌਦਾ ਗੁਰੂ ਨਾਨਕ ਨੇ ਜਿਹੜਾ ਕਰ ਦਿੱਤਾ ਉਹ ਸਹੀ ਹੋ ਗਿਆ, ਉਹ ਸਦੀਵੀ ਹੋ ਗਿਆ। ਇਸ ਕਰਕੇ ਸਾਨੂੰ ਵੀ ਵਣਜ ਕਰਨ ਦੇ ਲਈ ਕਿਹਾ। ਉਹ ਵਣਜ ਕਿਸ ਤਰ੍ਹਾਂ ਕਰਨਾ? ਅਸੀਂ ਸ਼ਬਦ ਦੀ ਵਿਚਾਰ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਸਰਵਣ ਕੀਤਾ। ਸੋ ਗੁਰੂ ਮਹਾਰਾਜ ਜੀ ਮਿਹਰ ਕਰਨ, ਦਇਆ ਕਰਨ, ਚੜ੍ਹਦੀਆਂ ਕਲਾਂ ਬਖਸ਼ਣ। ਜੋ ਅਸੀਂ ਸਰਵਣ ਕੀਤਾ ਸੋ ਇਹ ਮਨ ਵਿੱਚ ਤਾਂ ਵਸੇਗਾ, ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ, ਮਨ ਬਹੁਤ ਕਲੀਨ ਚਾਹੀਦਾ ਹੈ। ਸੋ ਗੁਰੂ ਮਹਾਰਾਜ ਜੀ ਮਿਹਰ ਕਰਨ, ਇਸ ਦਾ ਭਾਵ ਅਰਥ ਗਿਆਨ ਸਦੀਵੀ ਸਾਡੇ ਉਸ ਮਨ ਦੇ ਵਿੱਚ ਵਸ ਜਾਏ। ਔਰ ਫਿਰ ਜਦੋਂ ਵਸ ਜਾਏਗਾ ਮਨ ਜਿੱਤਿਆ ਜਾਏਗਾ। ਮਨ ਜਿੱਤੈ ਜਗ ਜੀਤ, ਫਿਰ ਇਹ ਅਵਸਥਾ ਬਣ ਜਾਏਗੀ। ਸੋ ਮਹਾਰਾਜ ਜੀ ਭਲਾ ਕਰਨ। ਸਰਬੱਤ ਦਾ ਬੇਨਤੀ ਹੈ, ਜਿਵੇਂ ਆਪ ਜੀ ਨੂੰ ਪਤਾ ਹੈ, ਸੋ ਯਾਤਰਾ 'ਤੇ ਸੰਗਤਾਂ ਜਾ ਰਹੀਆਂ ਹਨ ਔਰ 2 ਕੁ ਦਿਨ ਰਹਿ ਗਏ ਹਨ ਲਗਭਗ ਬਾਕੀ। ਇਸ ਕਰਕੇ ਬੇਨਤੀ ਹੈ ਭਾਈ, ਆਪਣੀ ਜੋ ਸੇਵਾ ਹੈ ਉਹ ਮਾਇਆ ਜੋ ਹੈ, ਜੋ ਤਿਲ ਫੁੱਲ ਹੈ, ਜਮ੍ਹਾਂ ਕਰਾਉਣ ਦੀ ਕਿਰਪਾਲਤਾ ਕਰੋ ਤਾਂ ਜੋ, ਕਿਉਂਕਿ ਜੋ ਸੰਗਤਾਂ ਦੀ ਗਿਣਤੀ ਹੈ ਉਹ ਵੱਧ ਰਹੀ ਹੈ। ਜੋ ਮਾਇਆ ਦੇ ਕੇ ਜਾ ਰਿਹਾ ਹੈ ਸੋ ਉਸ ਨੂੰ ਪੱਕਾ ਸਮਝਿਆ ਜਾਵੇਗਾ। ਤੇ ਜੇ ਕੋਈ ਹੁਣ ਬਾਅਦ ਵਿੱਚ ਕਿਸੇ ਨੇ ਮਾਇਆ ਜਮ੍ਹਾਂ ਨਾ ਕਰਾਈ ਜਾਂ ਕੋਈ ਰਹਿ ਗਿਆ ਤੇ ਫਿਰ ਉਸ ਦੀ ਆਪਣੀ ਜ਼ਿੰਮੇਵਾਰੀ ਹੋਏਗੀ। ਨਿਮਰਤਾ ਸਹਿਤ ਬੇਨਤੀ ਹੈ, ਬਹੁਤ ਜ਼ਰੂਰੀ ਹੈ ਕਿਉਂਕਿ ਲੰਬਾ ਅਤੇ ਦੂਰ ਦਾ ਸਫ਼ਰ ਹੈ। ਇਸ ਕਰਕੇ ਜ਼ਿੰਮੇਵਾਰੀ ਬਹੁਤ ਹੁੰਦੀ ਹੈ ਹਰ ਚੀਜ਼ ਦੀ। ਸੋ ਕਿਸ ਤਰ੍ਹਾਂ ਦੇ ਇੰਤਜ਼ਾਮ ਕਰਨੇ ਨੇ, ਕੀ ਚੀਜ਼ਾਂ ਖਾਣ ਪੀਣ ਨੂੰ ਚਾਹੀਦੀਆਂ ਨੇ, ਮੌਸਮ ਦੇ ਮੁਤਾਬਕ ਹਰ ਚੀਜ਼ ਦਾ ਖਿਆਲ ਰੱਖਣਾ ਪੈਂਦਾ ਹੈ ਪ੍ਰਬੰਧਕਾਂ ਨੂੰ। ਇਸ ਕਰਕੇ ਤੁਸੀਂ ਆਪਣੀ ਮਾਇਆ ਜਮ੍ਹਾਂ ਕਰਵਾਓਗੇ ਤਾਂ ਉਹ ਐਡਵਾਂਸ ਅੱਗੇ ਜਮ੍ਹਾਂ ਕਰਵਾਉਣਗੇ, ਤਾਂ ਹੀ ਸਾਧਨ ਜਿਹੜਾ ਉਹ ਪ੍ਰੋਪਰ ਸਾਡੇ ਕੋਲ ਪਹੁੰਚੇਗਾ ਤੇ ਅਸੀਂ ਔਰ ਇਨ ਟਾਈਮ ਵਧੀਆ ਤਰੀਕੇ ਦੇ ਨਾਲ ਯਾਤਰਾ ਕਰ ਸਕਦੇ ਹਾਂ। ਸੋ ਆਪ ਜੀ ਮਾਇਆ ਜਮ੍ਹਾਂ ਛੇਤੀ ਤੋਂ ਛੇਤੀ ਇੱਕ ਅੱਧੇ ਦਿਨ ਦੇ ਵਿੱਚ ਜਿਹੜੇ ਰਹਿ ਗਏ ਨੇ ਕੱਲ੍ਹ ਨੂੰ ਲਗਭਗ ਕਰਵਾ ਹੀ ਦਿਓ ਔਰ ਗੁਰੂ ਮਹਾਰਾਜ ਤੁਹਾਡੀ ਯਾਤਰਾ ਸਫਲੀ ਕਰੇ। ਔਰ ਮੈਂ ਫਿਰ ਬੇਨਤੀ ਅਖੀਰ ਵਿੱਚ ਕਰਾਂਗਾ ਬੜੀ ਭਾਵਨਾ ਨਾਲ, ਕਿਉਂਕਿ ਯਾਤਰਾ 'ਤੇ ਜਾਣਾ ਸੌਖਾ ਨਹੀਂ ਹੁੰਦਾ। ਜੇ ਮੈਂ ਕਹਾਂ ਵੀ ਮੈਂ ਚੱਲ ਜਾ, ਨਹੀਂ, ਭਾਗਾਂ ਦੇ ਵਿੱਚ ਪ੍ਰੋਗਰਾਮ ਹਨ, ਹੋਰ ਵੀ ਕੀ ਕਾਰਨ ਬਣ ਜਾਂਦੇ ਹਨ ਬੱਚਿਆਂ ਦੇ, ਕੋਈ ਹੋਰ ਪੜ੍ਹਾਈ ਦਾ। ਸੋ ਜੇ ਤੁਹਾਡੇ ਭਾਗਾਂ ਵਿੱਚ ਲਿਖਿਆ ਸਮਾਂ ਵੀ ਲਾਉਣਾ, ਆਪਣਾ ਸਿਹਤ ਨੂੰ ਵੀ ਲਾਉਣਾ ਨਾਲ, ਔਰ ਆਪਾਂ ਕਿੰਨੀ ਦੂਰ ਦਾ ਸਫ਼ਰ ਕਰਨਾ, ਸੋ ਤੁਹਾਡਾ ਸਫ਼ਰ ਕੀਤਾ, ਯਾਤਰਾ ਕੀਤੀ ਸਫਲ ਹੋ ਜਾਏ ਜਦੋਂ ਵੀ ਜਾਣਾ। ਕਿਉਂਕਿ ਇਹ ਚੀਜ਼ਾਂ ਅਸੀਂ ਸੁਣੀਆਂ ਨੇ, ਸਾਨੂੰ ਕਿਸੇ ਨੇ ਸਿਖਾਈਆਂ ਨੇ। ਜਦੋਂ ਜਾਈਦਾ ਕੇਵਲ ਸੁਰਤ ਧਿਆਨ ਉਸ ਜਗ੍ਹਾ ਵੱਲ ਹੋਣੀ ਚਾਹੀਦੀ, ਧਿਆਨ ਉੱਧਰ ਹੋਣਾ ਚਾਹੀਦਾ ਅਤੇ ਮੁੱਖ ਦੇ ਵਿੱਚ ਪਰਮਾਤਮਾ ਦਾ ਨਾਮ ਹੋਣਾ ਚਾਹੀਦਾ, ਕਿਸੇ ਇਨਸਾਨ ਦਾ ਨਾਂ ਨਹੀਂ ਹੋਣਾ ਚਾਹੀਦਾ। ਇਹ ਨਹੀਂ ਵੀ ਰਸਤਾ ਤੈਅ ਨਹੀਂ ਹੁੰਦਾ ਅਤੇ ਗੱਲਾਂ ਸ਼ੁਰੂ ਕਰ ਲਈਏ ਆਪਣੇ ਪਿੰਡ ਦੀਆਂ, ਆਪਣੇ ਮਹੱਲੇ ਦੀਆਂ ਜਾਂ ਕਿਸੇ ਹੋਰ ਦੀਆਂ, ਉਹ ਫਿਰ ਯਾਤਰਾ ਸਫਲ ਨਹੀਂ ਹੁੰਦੀ। ਇਹ ਬਾਣੀ ਵੀ ਤੁਸੀਂ ਸੁਣ ਕੇ ਹੁਣੇ ਹੀ ਸੁਣਿਆ। ਇਸ ਕਰਕੇ ਜਦੋਂ ਜਾਣਾ ਉਦੋਂ ਮਹਾਰਾਜ, ਵੈਸੇ ਤਾਂ ਨਾ ਅੰਦਰ ਨਾ ਵਿਰਾਗ ਆ ਜਾਣਾ ਚਾਹੀਦਾ, ਅੱਖਾਂ ਦੇ ਵਿੱਚ ਨਾ ਨੀਰ ਵਗਣਾ ਚਾਹੀਦਾ। ਮੇਰੇ ਕਿੰਨੇ ਭਾਗ ਚੰਗੇ, ਮੈਨੂੰ ਗੁਰੂ ਨੇ ਬੁਲਾਇਆ। ਇਹ ਜਿਹਨਾਂ ਨੂੰ ਬੁਲਾਇਆ ਹੁੰਦਾ ਉਹ ਹੀ ਜਾਂਦੇ ਨੇ,
ਜਦੋਂ ਵੀ ਜਿਹੜੇ ਸਿੱਖ ਮਿਲ ਜਾਂਦੇ ਸੀ ਨਾ, ਅੱਖਾਂ ਭਰ ਭਰ ਜਾਂਦੇ ਸੀ ਗੁਰੂ ਦੇ ਕੋਲ, ਕਿਉਂਕਿ ਪੁਰਾਣੇ ਜ਼ਮਾਨਿਆਂ ਦੇ ਵਿੱਚ ਦੂਰ ਦੀ ਯਾਤਰਾ ਨਹੀਂ ਸੀ ਹੁੰਦੀ, ਪਤਾ ਨਹੀਂ ਕੋਈ ਮੁੜ ਕੇ ਵਾਪਸ ਆਉਣਾ ਕਿ ਨਹੀਂ, ਜੰਗਲਾਂ ਦੇ ਵਿੱਚੋਂ ਪੈਦਲ ਤੁਰ ਕੇ ਜਾਣਾ ਪੈਂਦਾ ਸੀ। ਲੋਕ ਬੜੇ ਹੀ ਵਿਰਾਗ ਦੇ ਨਾਲ ਗੁਰੂ ਨੂੰ ਮਿਲਣ ਜਾਂਦੇ ਸੀ। ਤੁਸੀਂ ਯਕੀਨ ਕਰਿਓ, ਜੇ ਵਿਰਾਗ ਨਾਲ ਜਾਓਗੇ ਤੇ ਗੁਰੂ ਤੁਹਾਨੂੰ ਰਾਹ ਦੇ ਵਿੱਚ ਆਪ ਲੈਣ ਆਏਗਾ। ਇਹ ਸੱਚੀ ਗੱਲ ਹੈ। ਗੁਰੂ ਉੱਥੋਂ ਹੀ ਆਪਣੇ ਕਲਾਵੇ ਵਿੱਚ ਲੈਣਾ ਸ਼ੁਰੂ ਕਰ ਦੇਗਾ। ਤੇ ਜਦੋਂ ਗੁਰੂ ਨੇ ਸਾਡੇ ਅੰਦਰ ਭਾਵਨਾ ਪਾਕ ਨਾ ਦੇਖੀ ਨਾ, ਉੱਥੇ ਬੈਠਾ ਵੀ ਗੁਰੂ ਤੁਹਾਡੇ ਤੋਂ ਦੂਰ ਹੋ ਜਾਏਗਾ। ਇਸ ਕਰਕੇ ਗੁਰੂ ਦੀ ਸਿਫਤ ਕਰਨੀ ਹੈ, ਕੀਰਤਨ ਕਰਨਾ ਹੈ, ਕੋਈ ਰੱਬ ਦੀ ਗੱਲ ਕਰਨੀ ਹੈ, ਚੰਗੀ ਸੋਚ ਰੱਖਣੀ ਹੈ, ਔਰ ਸਾਧ ਸੰਗਤ ਦੀ ਸਾਰੇ ਪਰਿਵਾਰ ਦਾ ਹੀ ਭਲਾ ਹੋ ਜਾਏਗਾ। ਇਹ ਸੱਚੀ ਗੱਲ, ਸਭ ਦਾ ਹੀ ਭਲਾ ਹੋ ਜਾਏਗਾ। ਇਸ ਤਰ੍ਹਾਂ ਯਾਤਰਾ ਕਰਨੀ ਹੈ, ਕਿਸੇ ਦੀ ਕੋਈ ਗੱਲ ਨਹੀਂ ਕਰਨੀ, ਕਿਸੇ ਬਾਰੇ ਕੁਝ ਨਹੀਂ ਬੋਲਣਾ, ਸਿਰਫ ਕੇਵਲ ਤੇ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਧਿਆਨ, ਗੁਰੂ ਗ੍ਰੰਥ ਸਾਹਿਬ ਜੀ ਦਾ, ਕੇਵਲ ਤੇ ਕੇਵਲ ਸੱਚ ਦੀ ਬਾਤ। ਸੋ ਗੁਰੂ ਮਹਾਰਾਜ ਜੀ ਮਿਹਰ ਕਰਨ। ਇੰਨੀ ਸੇਵਾ ਪ੍ਰਵਾਨ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।